ਅੱਜ ਦੇ ਜੌਬ ਅਲਰਟ ਵਿੱਚ ਨੌਜਵਾਨ ਦੋਸਤੋ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਇੱਕ ਵੱਡੀ ਭਰਤੀ ਜਿਹੜੀ ਹੈ ਉਹ ਸਕੂਲ ਵਿਭਾਗ ਦੇ ਵਿੱਚ ਆਈ ਹੈ। NTT ਜਿਨ੍ਹਾਂ ਨੇ ਕੀਤੀ ਹੋਈ ਹੈ +2 ਪਾਸ ਨੇ, ਨਰਸਰੀ ਟੀਚਰਸ ਦੀ ਭਰਤੀ ਹੈ। ਸਰਕਾਰ ਵੱਲੋਂ 8393 ਪੋਸਟਾਂ ਦੀ ਐਡ ਤੁਸੀਂ ਥੋੜੀ ਦੇਰ ਬਾਅਦ ਆਪਣੇ ਸਕਰੀਨ ਤੇ ਦੇਖੋਗੇ। 8393 ਪੋਸਟਾਂ ਦੀ ਐਡ ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ। ਇਸ ਐਡ ਦੇ ਵਿੱਚ +2 ਪਾਸ ਔਰ ਉਹ ਵਿਅਕਤੀ ਜਿਹੜੇ ਆ ਉਹਨਾਂ ਦੀ ਭਰਤੀ ਹੈ ਜਿਨ੍ਹਾਂ ਨੇ NTT ਕੀਤੀ ਹੋਈ ਹੈ। ਕੀ ਰੂਲ ਨੇ, ਪਰਸੈਂਟੇਜ ਕੀ ਚਾਹੀਦੀ ਹੈ, ਕੀ ਸਾਰਾ ਹਿਸਾਬ ਕਿਤਾਬ ਹੋਏਗਾ, ਆਓ ਇਸ ਐਜੂਕੇਸ਼ਨਲ ਵੀਡੀਓ ਦੇ ਵਿੱਚ ਦੇਖਦੇ ਹਾਂ। ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਬੇਰੁਜ਼ਗਾਰਾਂ ਤੱਕ ਵੀਡੀਓ ਜਿਹੜੀ ਆ ਉਹ ਜਾ ਸਕੇ। ਹਾਂਜੀ, ਸਾਰੇ ਨੌਜਵਾਨ ਦੋਸਤ ਦੇਖ ਲੈਣ। ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ, ਅੱਗੋਂ ਐਡਰੈਸ ਲਿਖਿਆ ਹੋਇਆ ਮੋਹਾਲੀ ਵੱਲੋਂ, ਜਿਨ੍ਹਾਂ ਦੀ ਵੈਬਸਾਈਟ ਕੀ ਹੈ www.educationrecruitmentboard.com। ਇਹਦੇ ਵਿੱਚ ਜਨਤਕ ਨਿਯੁਕਤੀਆਂ ਤਹਿਤ ਵਿਗਿਆਪਨ ਨੰਬਰ, ਅੱਗੇ ਤੁਸੀਂ ਵਿਗਿਆਪਨ ਦਾ ਨੰਬਰ ਨੋਟ ਕਰ ਸਕਦੇ ਹੋ, ਮਿਤੀ 23/11/2020। ਇਹ ਬਹੁਤ ਸਾਰੀਆਂ ਜਿਹੜੀਆਂ ਅਸਾਮੀਆਂ ਦਾ ਐਡ ਤੁਹਾਨੂੰ ਦਿਖਾ ਰਹੇ ਹੈਗੇ ਆ। ਇਹ ਸਿੱਖਿਆ ਵਿਭਾਗ ਵੱਲੋਂ DPI ਐਲੀਮੈਂਟਰੀ ਸਿੱਖਿਆ ਪੰਜਾਬ ਦੇ ਮੀਮੋ ਨੰਬਰ, ਅੱਗੇ ਮੀਮੋ ਨੰਬਰ ਦੇਖੋ, ਠੀਕ ਹੈ ਜੀ। ਇਹ ਚੀਜ਼ਾਂ ਦੇਖਣੀਆਂ ਤਾਂ ਜ਼ਰੂਰੀ ਨੇ ਕਿਉਂਕਿ ਸਾਨੂੰ ਪਤਾ ਲੱਗੇ ਕਿ ਇੱਕ ਓਥੈਂਟਿਕ ਨੋਟਿਸ ਹੈ। ਬਹੁਤ ਸਾਰੇ ਫੇਕ ਨੋਟਿਸ ਜਿਹੜੇ ਆ ਉਹ ਨੈੱਟ 'ਤੇ ਘੁੰਮਦੇ ਰਹਿੰਦੇ ਆ। ਸੋ ਵਿਦਿਆਰਥੀਆਂ ਨੂੰ ਜਾਣ ਕੇ ਇਹ ਬਾਰ-ਬਾਰ ਮੈਂ ਗੱਲਾਂ ਦੱਸਦਾ ਕਿ ਇਹਨਾਂ ਚੀਜ਼ਾਂ ਨੂੰ ਨੋਟ ਕਰਿਆ ਕਰੋ। ਅੱਗੇ ਜਿਹੜੀ ਇਹਨਾਂ ਦੀ ਵੈਬਸਾਈਟ ਆ ਉਹ ਦੁਬਾਰਾ ਦਿੱਤੀ ਗਈ ਹੈ educationrecruitmentboard.com। ਇਹਦੇ 'ਤੇ ਔਨਲਾਈਨ ਇਹਦੇ 'ਤੇ ਅਪਲਾਈ ਕਰਨਾ ਤੁਸੀਂ। ਮੰਗ ਕੀਤੀ ਗਈ ਹੈ ਜੀ ਦਰਖਾਸਤਾਂ ਦੀ 1/12/2020 ਤੋਂ 21/12 ਤੱਕ ਇਹ ਜਿਹੜੀਆਂ ਪੋਸਟਾਂ ਹੈਗੀਆਂ ਨੇ ਉਹ ਵੈਲਿਡ ਹੋਣਗੀਆਂ। ਸੋ 1/12/2020 ਤੋਂ 21/12/2020 ਤੱਕ ਇਹਨਾਂ 'ਤੇ ਤੁਸੀਂ ਅਪਲਾਈ ਕਰ ਸਕਦੇ ਹੋ। ਇਹਨਾਂ ਅਸਾਮੀਆਂ ਦੀ ਕੈਟਾਗਰਾਈਜੇਸ਼ਨ ਇੱਦਾਂ ਕੀਤੀ ਗਈ ਹੈ। ਕੈਟਾਗਰੀ ਵਾਈਜ਼ ਵੰਡ ਦੇਖੋ ਇਹਨਾਂ ਦੀ ਕੈਟਾਗਰੀ ਅਸਾਮੀਆਂ। ਜਨਰਲ ਦੇ ਵਿੱਚ 3273, SC M ਤੇ B ਦੇ ਵਿੱਚ 840, ਅਨੁਸੂਚਿਤ ਜਾਤੀ ਭਾਵ SC R ਤੇ O ਵਿੱਚ 839, ਅਨੁਸੂਚਿਤ ਜਾਤੀ ਸਾਬਕ ਫੌਜੀ ਤੇ M ਤੇ B 168, SC ਸਾਬਕ ਫੌਜੀ R ਤੇ O 168, ਅਨੁਸੂਚਿਤ ਜਾਤੀ ਖਿਡਾਰੀ M ਤੇ B 42, ਅਨੁਸੂਚਿਤ ਜਾਤੀ ਖਿਡਾਰੀ R ਤੇ O 42, ਪਛੜੀਆਂ ਸ਼੍ਰੇਣੀਆਂ ਭਾਵ BCs 839, ਪਛੜੀਆਂ ਸ਼੍ਰੇਣੀਆਂ ਸਾਬਕਾ ਫੌਜੀ 168, ਖਿਡਾਰੀ ਜਨਰਲ 167, ਆਜ਼ਾਦੀ ਘੁਲਾਟੀਏ ਫਰੀडम फाइटर ਕੁੱਲ 84 ਔਰ ਸਾਬਕਾ ਫੌਜੀ ਜਨਰਲ 588। ਜਿਹੜੇ ਦਿਵਿਆਂਗ ਹੈਗੇ ਆ, ਜਿਹਨੂੰ ਅਸੀਂ ਵਿਜ਼ੂਅਲੀ ਇੰਪੇਅਰਡ ਕਹਿੰਦੇ ਹੈਗੇ ਆ, ਜਿਹੜੇ ਦਿਵਿਆਂਗ ਹੈਗੇ ਆ, ਜਿਹੜੇ ਦੇਖ ਨਹੀਂ ਸਕਦੇ, ਉਹਨਾਂ ਦੀਆਂ 84, ਜਿਨ੍ਹਾਂ ਨੂੰ ਸੁਣਨ ਦੇ ਵਿੱਚ ਦਿੱਕਤ ਹੈ 84, ਠੀਕ ਹੈ ਜੀ। ਅੱਗੇ ਜਿਹੜੀ ਇਹ ਕੈਟਾਗਰੀਜ਼ ਹੈਗੀ ਆ, ਆਰਥੋਪੈਡਿਕਲੀ ਡਿਸੇਬਲਡ ਨੇ, ਇੰਟੈਲੈਕਚੁਅਲ ਡਿਸੇਬਿਲਿਟੀ ਦੇ ਨਾਲ ਕਿਸੇ ਤਰ੍ਹਾਂ ਸ਼ਿਕਾਰ, ਇਹਨਾਂ ਸਾਰੀਆਂ ਦੀਆਂ 84 ਪੋਸਟਾਂ ਨੇ। ਇਕਨੋਮਿਕਲੀ ਵੀਕਰ ਸੈਕਸ਼ਨ ਫॉर ਜਨਰਲ ਕੈਟਾਗਰੀ, ਜਿਹੜੀ ਜਨਰਲ ਕੈਟਾਗਰੀ ਹੈ ਉਹਦੇ ਵਿੱਚ ਵੀ ਹੁਣ ਇੱਕ ਰਿਜ਼ਰਵੇਸ਼ਨ ਆਈ ਹੈ। ਜਿਹੜੇ ਆਰਥਿਕ ਤੌਰ 'ਤੇ ਕਮਜ਼ੋਰ ਨੇ ਉਹਨਾਂ ਦੀਆਂ 839 ਪੋਸਟਾਂ ਨੇ। ਸੋ ਕੁੱਲ ਜੋੜ ਜਿਹੜਾ ਪੋਸਟਾਂ ਦਾ ਹੈ ਉਹ 8393 ਹੈ। ਇਹ ਸਾਨੂੰ ਹੁਣ ਪਤਾ ਲੱਗ ਚੁੱਕਾ। ਅੱਗੇ ਹੈ ਇਹਨਾਂ ਉਮੀਦਵਾਰਾਂ ਦੀ ਵਿਦਿਅਕ ਯੋਗਤਾ। ਹੁਣ ਵਿਦਿਅਕ ਯੋਗਤਾ ਕੀ ਹੋਵੇ? ਸੰਭਾਵਿਤ ਉਮੀਦਵਾਰ ਨੂੰ ਸੀਨੀਅਰ ਸੈਕੰਡਰੀ ਸਕੂਲ ਕਲਾਸ 12ਵੀਂ ਇੰਟਰਮੀਡੀਏਟ ਦਾ ਸਰਟੀਫਿਕੇਟ ਜਾਂ ਇਸ ਦੇ ਬਰਾਬਰ ਦਾ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਦਾ ਘੱਟੋ ਘੱਟ 45% ਨਾਲ +2 ਪਾਸ ਹੋਣਾ ਚਾਹੀਦਾ। ਪਹਿਲਾ ਪੁਆਇੰਟ ਇਹ ਦੱਸ ਰਿਹਾ। ਦੂਜਾ, ਡਿਪਲੋਮਾ ਨਰਸਰੀ ਟੀਚਰ ਐਜੂਕੇਸ਼ਨ ਪ੍ਰੋਗਰਾਮ ਵਿੱਚ 1 ਸਾਲ ਤੋਂ ਘੱਟ ਨਹੀਂ। ਜਿਹੜਾ ਵੀ ਕੋਈ ਨਰਸਰੀ ਟੀਚਰ ਐਜੂਕੇਸ਼ਨ ਪ੍ਰੋਗਰਾਮ ਹੈ 1 ਸਾਲ ਤੋਂ ਘੱਟ ਨਾ ਹੋਵੇ, ਉਹਦਾ ਘੱਟੋ ਘੱਟ 1 ਸਾਲ ਦਾ ਡਿਪਲੋਮਾ ਹੋਵੇ ਜਾਂ ਕੋਈ ਹੋਰ ਕੋਰਸ ਜੋ ਇਹਦੇ ਬਰਾਬਰ ਦਾ ਹੋਵੇ। ਇਹ ਤੁਸੀਂ ਨੋਟੀਫਿਕੇਸ਼ਨ ਦੇ ਵਿੱਚ ਦੇਖ ਲਓਗੇ। ਅੱਗੇ ਹੈ ਸੰਭਾਵਿਤ ਉਮੀਦਵਾਰ ਨੂੰ ਲਾਜ਼ਮੀ ਜਾਂ ਚੋਣਵੇਂ ਵਿਸ਼ਿਆਂ ਵਜੋਂ ਪੰਜਾਬੀ ਨਾਲ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਹੋਵੇ। 10ਵੀਂ 'ਚ ਪੰਜਾਬੀ ਹੋਣਾ ਔਰ ਉਹਦਾ ਪਾਸ ਹੋਣਾ ਬਹੁਤ ਜ਼ਰੂਰੀ ਹੈ। ਚੋਣ ਦਾ ਢੰਗ ਕੀ ਹੈ? ਇਹਨਾਂ ਅਸਾਮੀਆਂ ਦੀ ਭਰਤੀ ਕਰਨ ਸੰਬੰਧੀ ਸਟੇਟ ਪੱਧਰ 'ਤੇ 100 ਅੰਕ ਦਾ ਇੱਕ ਲਿਖਤੀ ਟੈਸਟ ਆਬਜੈਕਟਿਵ ਟਾਈਪ ਲਿਆ ਜਾਏਗਾ, ਜੋ ਇਹਨਾਂ ਅਸਾਮੀਆਂ ਲਈ ਦਰਸਾਈਆਂ ਗਈਆਂ ਵਿਦਿਅਕ ਪ੍ਰੋਫੈਸ਼ਨਲ ਯੋਗਤਾਵਾਂ ਲਈ ਨਿਰਧਾਰਿਤ ਹੋਰ ਸ਼ਰਤਾਂ ਪੂਰੀਆਂ ਕਰਦੇ ਹੋਣਗੇ। ਉਹਨਾਂ ਉਮੀਦਵਾਰਾਂ ਦੀ ਮੈਰਿਟ, ਲਿਖਤੀ ਟੈਸਟ ਅਤੇ ਉਚੇਰੀ ਯੋਗਤਾ ਭਾਵ ਜੇ ਉਹਨਾਂ ਨੇ +2 ਤੋਂ
ਅੱਗੇ ਕੋਈ ਹਾਇਰ ਕੁਆਲੀਫਿਕੇਸ਼ਨ ਲਈ ਹੈ ਤੇ ਉਹਨਾਂ ਦੇ ਵੀ ਅੰਕ ਉਹਨਾਂ ਦੇ ਨਾਲ ਜੋੜ ਕੇ ਵਿਭਾਗ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਸਿੱਖਿਆ ਪ੍ਰੋਵਾਈਡਰ, ਐਜੂਕੇਸ਼ਨ ਵਲੰਟੀਅਰ, ECG ਵਲੰਟੀਅਰ, AIE ਵਲੰਟੀਅਰ ਅਤੇ ਸਪੈਸ਼ਲ ਟ੍ਰੇਨਿੰਗ ਰਿਸੋਰਸ STR ਵਲੰਟੀਅਰਸ ਨੂੰ ਉੱਪਰਲੀ ਸੀਮਾ ਵਿੱਚ ਕੀਤੀ ਗਈ ਸੇਵਾ ਬਦਲੇ 1 ਸਾਲ ਦਾ 1 ਅੰਕ ਦਿੱਤਾ ਜਾਵੇਗਾ। ਭਾਵ ਜਿੰਨਾ ਇਹਨਾਂ ਲੋਕਾਂ ਨੇ ਕੰਮ ਕੀਤਾ 1 ਸਾਲ ਦਾ 1 ਅੰਕ ਦਿੱਤਾ ਜਾਏਗਾ ਤੇ ਵੱਧ ਤੋਂ ਵੱਧ 10 ਅੰਕ ਹੀ ਦਿੱਤੇ ਜਾਣਗੇ। ਮੰਨ ਲਓ ਕਿਸੇ ਨੇ 15 ਸਾਲ ਕੰਮ ਕੀਤਾ ਪਰ ਉਹਨੂੰ ਵੱਧ ਤੋਂ ਵੱਧ 10 ਅੰਕ ਹੀ ਦਿੱਤੇ ਜਾਣਗੇ, 1 ਸਾਲ ਦਾ 1 ਅੰਕ ਦਿੱਤਾ ਜਾਏਗਾ ਤੇ ਮੈਰਿਟ ਇਸ ਤਰੀਕੇ ਨਾਲ ਜੋੜ ਕੇ ਬਣੇਗੀ। ਉਚੇਰੀ ਯੋਗਤਾ ਦੇ ਅੰਕ ਕਿਵੇਂ ਦਿੱਤੇ ਜਾਣਗੇ? ਜੇ ਕਿਸੇ ਨੇ ਗ੍ਰੈਜੂਏਸ਼ਨ ਕੀਤੀ ਹੈ ਤੇ ਫਸਟ ਡਿਵੀਜ਼ਨ ਵਿੱਚ ਕੀਤੀ ਹੈ ਉਹਦੇ 5 ਅੰਕ, ਜੇ ਸੈਕੰਡ ਡਿਵੀਜ਼ਨ ਵਿੱਚ ਕੀਤੀ ਹੈ ਤਾਂ 3 ਅੰਕ, ਜੇ ਥਰਡ ਡਿਵੀਜ਼ਨ ਵਿੱਚ ਕੀਤੀ ਹੈ ਤਾਂ 2 ਅੰਕ। ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦੇ ਲਿਖਤੀ ਟੈਸਟ ਵਿੱਚੋਂ ਬਰਾਬਰ ਅੰਕ ਆਉਂਦੇ ਹਨ ਤਾਂ ਜਿਸ ਉਮੀਦਵਾਰ ਦੀ ਉਮਰ ਵੱਧ ਹੋਏਗੀ ਉਸ ਨੂੰ ਮੈਰਿਟ ਵਿੱਚ ਪਹਿਲਾਂ ਰੱਖਿਆ ਜਾਏਗਾ ਤੇ ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦੇ ਅੰਕ ਅਤੇ ਉਮਰ ਇੱਕੋ ਜਿਹੇ ਹੋਣ ਤਾਂ ਉਮੀਦਵਾਰਾਂ ਦੇ ਪ੍ਰੋਫੈਸ਼ਨਲ ਡਿਗਰੀ ਵਿੱਚ ਵੱਧ ਪ੍ਰਤੀਸ਼ਤ ਅੰਕ ਜਿਨ੍ਹਾਂ ਦੇ ਹੋਣਗੇ ਉਹਨਾਂ ਨੂੰ ਮੈਰਿਟ ਵਿੱਚ ਪਹਿਲਾਂ ਰੱਖਿਆ ਜਾਏਗਾ। ਪੰਜਾਬ ਸਰਕਾਰ ਸਿੱਖਿਆ ਵਿਭਾਗ ਅੱਗੇ ਤੁਸੀਂ ਦੇਖ ਰਹੇ ਹੋ ਅਨੁਸਾਰ ਰਾਜ ਦੇ ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਜਿਹੜੇ ਪ੍ਰੋਵਾਈਡਰ ਹੈਗੇ ਐਜੂਕੇਸ਼ਨ ਪ੍ਰੋਵਾਈਡਰ, ਐਜੂਕੇਸ਼ਨ ਵਲੰਟੀਅਰ, ECGS ਵਲੰਟੀਅਰ, AIE ਵਲੰਟੀਅਰ ਅਤੇ ਸਪੈਸ਼ਲ ਟ੍ਰੇਨਿੰਗ ਰਿਸੋਰਸ STR ਵਲੰਟੀਅਰਸ ਨੂੰ ਉੱਪਰਲੀ ਸੀਮਾ ਵਿੱਚ ਕੀਤੀ ਗਈ ਸੇਵਾ ਬਦਲੇ 1 ਸਾਲ 1 ਅੰਕ ਦਿੱਤਾ ਜਾਵੇਗਾ ਤੇ ਵੱਧ ਤੋਂ ਵੱਧ 10 ਅੰਕ ਦਿੱਤੇ ਜਾਣਗੇ। ਇਹ ਗੱਲ ਦੁਹਰਾ ਦਿੱਤੀ ਗਈ ਹੈ। ਸਿੱਖਿਆ ਵਿਭਾਗ ਦੇ ਕਰਮਚਾਰੀ ਸਕੂਲ ਦੇ ਵਿੱਚ ਕੰਮ ਕਰ ਰਹੇ ਸਿੱਖਿਆ ਪ੍ਰੋਵਾਈਡਰ, ਐਜੂਕੇਸ਼ਨ ਵਲੰਟੀਅਰ ਇਹ ਸਾਰੇ ਜਿਹੜੀ ਕੈਟਾਗਰੀ ਹੈ ਇਹ ਸੰਬੰਧਿਤ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਪਾਸੋਂ ਪ੍ਰਤੀ ਹਸਤਾਖਰ ਕੀਤਾ ਹੋਣਾ ਚਾਹੀਦਾ। ਇਹਨਾਂ ਦਾ ਜਿਹੜਾ ਤਜਰਬਾ ਹੈ ਉਹੀ ਮੰਨਣਯੋਗ ਹੋਏਗਾ ਜਿਹੜਾ ਕਿ ਤੁਹਾਡੇ ਜ਼ਿਲ੍ਹੇ ਦੇ ਐਲੀਮੈਂਟਰੀ ਦੇ ਜ਼ਿਲ੍ਹਾ ਸਿੱਖਿਆ ਅਫਸਰ ਤੋਂ DO ਤੋਂ ਤੁਸੀਂ ਕਾਊਂਟਰ ਸਾਈਨ ਕਰਵਾਓਗੇ। ਅਸਾਮੀਆਂ ਦਾ ਪੇ ਸਕੇਲ, ਇਹਦੀ ਤਨਖਾਹ ਕੀ ਹੋਏਗੀ? ਨਿਯੁਕਤੀਆਂ ਅਜਿਹੇ ਤਨਖਾਹ ਸਕੇਲ ਮੈਟ੍ਰਿਕਸ ਦੇ ਹੱਕਦਾਰ ਹੋਣਗੀਆਂ ਜੋ ਇਹਨਾਂ ਅਹੁਦਿਆਂ ਲਈ ਵਿੱਤ ਵਿਭਾਗ ਦੁਆਰਾ ਅਧਿਕਾਰਿਤ ਹੋਣਗੇ। ਇਹਦੇ ਬਾਰੇ ਵਿੱਤ ਵਿਭਾਗ ਵੱਲੋਂ ਜਿਹੜੀ ਜਾਣਕਾਰੀ ਹੈ ਉਹ ਮੁਹੱਈਆ ਕਰਾ ਦਿੱਤੀ ਜਾਊਗੀ। ਉਮਰ ਸੀਮਾ ਕੀ ਹੈ ਜੀ? 1/1/2020 ਨੂੰ ਉਮਰ 18 ਸਾਲ ਤੋਂ 37 ਸਾਲ ਦੇ ਦਰਮਿਆਨ ਹੋਵੇ। 1/1/2020 ਨੂੰ, ਇਹ ਹੁਣ ਇਹਨਾਂ ਨੇ ਡੇਟ ਦੇ ਦਿੱਤੀ ਆ 1 ਜਨਵਰੀ, ਠੀਕ ਹੈ ਜੀ, 2020 ਨੂੰ 18 ਸਾਲ ਇਹਨੂੰ ਕੱਟ ਡੇਟ ਮੰਨਣਾ ਸੀ 1/1/20 ਨੂੰ ਉਮਰ 18 ਤੋਂ 37 ਸਾਲ ਦਰਮਿਆਨ ਹੋਵੇ, ਠੀਕ ਹੈ ਜੀ। ਤੇ ਇਹਦੇ ਵਿੱਚ ਜਿਹੜੇ ਵਲੰਟੀਅਰਸ ਹੈਗੇ ਆ ਉਹਨਾਂ ਨੂੰ ਵੀ ਕੁਝ ਛੋਟਾਂ ਦਿੱਤੀਆਂ ਗਈਆਂ ਨੇ ਉਮਰ ਹੱਦ ਦੇ ਵਿੱਚ ਤੇ ਨਾਲ ਦੀ ਨਾਲ ਜਿਹੜੇ ਵੀ ਕੈਟਾਗਰੀਜ਼ ਨੇ ਉਹਨਾਂ ਸਾਰਿਆਂ ਨੂੰ ਛੋਟਾਂ ਨੇ ਤੇ ਤੁਹਾਨੂੰ ਇਹ ਪਤਾ ਹੁੰਦਾ ਕਿ ਛੋਟ ਉੱਪਰਲੀ ਉਮਰ ਹੱਦ ਵਿੱਚ ਹੁੰਦੀ ਹੈ, ਹੇਠਲੀ ਉਮਰ ਹੱਦ ਵਿੱਚ ਨਹੀਂ ਹੁੰਦੀ। ਸੋ 18 ਤਾਂ ਰਹੇਗੀ ਹੋਈ ਪਰ ਜਿਨ੍ਹਾਂ ਦੀ 37 ਹੈ ਉਹਨਾਂ ਦੀ ਉਮਰ ਜਿਹੜੀ ਹੈ ਉਹ ਜੇ SC ਨੇ BC ਨੇ ਉਹਨਾਂ ਦੀ 42 ਹੋ ਜਾਏਗੀ ਤੇ ਜਿਨ੍ਹਾਂ ਨੇ ਕੋਈ ਜੌਬ ਪਹਿਲਾਂ ਕੀਤੀ ਹੈ ਜਾਂ ਕਿਸੇ ਕਿਸਮ ਦੀ ਕੋਈ ਸੇਵਾ ਨਿਭਾਈ ਹੈ ਤੇ ਉਹਨਾਂ ਨੂੰ ਵੀ ਉਮਰ ਹੱਦ ਵਿੱਚ ਛੋਟ ਦਿੱਤੀ ਜਾਏਗੀ। ਸਕਰੀਨ ਤੇ ਤੁਸੀਂ ਨੋਟ ਕਰ ਸਕਦੇ ਹੋ ਕਿੰਨੀ ਛੋਟ ਦਿੱਤੀ ਜਾਏਗੀ। ਬਿਨੇ ਪੱਤਰ ਦੀ ਪ੍ਰੋਸੈਸਿੰਗ ਫੀਸ, ਹੁਣ ਫੀਸ ਕਿੰਨੀ ਹੈ ਸਾਨੂੰ ਪਤਾ ਹੋਣਾ ਚਾਹੀਦਾ। ਜਨਰਲ ਅਤੇ ਹੋਰ ਕੈਟਾਗਰੀ ਉਮੀਦਵਾਰਾਂ ਲਈ 1000 ਰੁਪਏ, ਰਿਜ਼ਰਵ ਕੈਟਾਗਰੀ SC ST ਲਈ 500 ਰੁਪਏ, ਸਾਬਕ ਸੈਨਿਕ ਜਾਂ ਖੁਦ ਜੇ ਕੋਈ ਅਪਲਾਈ ਕਰਨਾ ਚਾਹੁੰਦਾ ਉਹਨਾਂ ਦੀ ਕੋਈ ਫੀਸ ਨਹੀਂ ਹੈ। ਸਾਬਕ ਸੈਨਿਕ ਖੁਦ ਨੂੰ ਫੀਸ ਦੀ ਅਦਾਇਗੀ ਤੋਂ ਛੋਟ ਹੋਏਗੀ ਬਸ਼ਰਤੇ ਕਿ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਨੌਕਰੀ ਦੌਰਾਨ ਜਾਂ ਨਿਸ਼ਚਿਤ ਆਮ ਸ਼ਰਤਾਂ ਮੁਕੰਮਲ ਹੋਣ ਤੋਂ ਪਹਿਲਾਂ ਹੀ ਖੁਦ ਦੀ ਪ੍ਰਤੀ ਬੇਨਤੀ ਤੇ ਨੌਕਰੀ ਤੋਂ ਫਾਰਗ ਡਿਸਚਾਰਜ ਨਾ ਕੀਤਾ ਗਿਆ ਹੋਵੇ। ਇਹ ਸੈਨਿਕ ਜਿਹੜੇ ਸਾਬਕ ਸੈਨਿਕ ਆ ਉਹਨਾਂ ਵਾਸਤੇ ਕੋਈ ਨਾ ਕੋਈ ਰੂਲ ਰੈਗੂਲੇਸ਼ਨ ਜਿਹੜਾ ਆਇਆ ਹੈਗਾ ਉਹ ਦੱਸ ਦਿੱਤਾ ਗਿਆ ਹੈਗਾ। ਪੰਜਾਬ ਦੇ ਵਸਨੀਕ ਵਿਕਲਾਂਗ ਜਾਂ ਦਿਵਿਆਂਗ ਉਮੀਦਵਾਰਾਂ ਵੱਲੋਂ ਉਹਨਾਂ ਅਨੁਸਾਰ ਉਹੀ ਫੀਸ ਜਮ੍ਹਾਂ ਕਰਵਾਈ ਜਾਏਗੀ ਜਿਸ ਵਰਗ ਸ਼੍ਰੇਣੀ ਨਾਲ ਸੰਬੰਧ ਰੱਖਦੇ ਹਨ। ਕਿਸੇ ਵੀ ਉਮੀਦਵਾਰ ਨੂੰ ਫੀਸ ਦੀ ਮੁਆਫੀ ਛੋਟ ਨਹੀਂ ਦਿੱਤੀ ਜਾਵੇਗੀ ਸਿਵਾਏ ਸਾਬਕ ਸੈਨਿਕ ਖੁਦ ਅਤੇ ਫੀਸ ਨਾ ਭੇਜਣ ਦੀ ਹਾਲਤ ਵਿੱਚ ਉਸ ਦੀ ਪਾਤਰਤਾ ਰੱਦ ਸਮਝੀ ਜਾਵੇਗੀ। ਉਮੀਦਵਾਰ ਦਸਤਾਵੇਜ਼ਾਂ ਦੀ ਸਕੂਟਨੀ ਸਮੇਂ ਫੀਸ ਦੀ ਰਸੀਦ ਪੇਸ਼ ਕਰਨਗੇ। ਜਦੋਂ ਤੁਹਾਡੇ ਦਸਤਾਵੇਜ਼ ਚੈੱਕ ਹੋਣਗੇ ਉਦੋਂ ਤੁਸੀਂ ਫੀਸ ਦੀ ਰਸੀਦ ਜਿਹੜੀ ਆ ਪੇਸ਼ ਕਰੋਗੇ। ਆਹ ਦੇਖੋ ਜੀ ਆਮ ਸ਼ਰਤਾਂ, ਇਹ ਤੁਸੀਂ ਧਿਆਨ ਨਾਲ ਖੁਦ ਪੜ੍ਹੋ। ਆਮ ਸ਼ਰਤਾਂ ਤੁਹਾਡੇ ਸਾਹਮਣੇ ਨੇ। ਜਿਹੜੇ ਉਮੀਦਵਾਰ ਅਨੁਸੂਚਿਤ ਜਾਤੀ ਜਾਂ ਪਛੜੀ ਸ਼੍ਰੇਣੀ ਦੇ ਰਾਖਵਾਂਕਰਨ ਦਾ ਲਾਭ ਲੈਣਾ ਚਾਹੁੰਦੇ ਹਨ ਉਹਨਾਂ ਦੇ ਜਾਤੀ ਸਰਟੀਫਿਕੇਟ ਜੋ ਕਿ ਸੰਬੰਧਿਤ ਸਮਰੱਥ ਅਧਿਕਾਰੀ ਵੱਲੋਂ ਜਾਰੀ ਕੀਤੇ ਗਏ ਹੋਣ ਵਿੱਚ ਜਾਤੀ ਸਪਸ਼ਟ ਤੌਰ ਤੇ ਲਿਖੀ ਹੋਵੇ। ਅਨੁਸੂਚਿਤ ਜਾਤੀ ਅਤੇ ਪਛੜੀ ਸ਼੍ਰੇਣੀ ਦੀ ਉਹ ਇਸਤਰੀ ਉਮੀਦਵਾਰ ਜਿਨ੍ਹਾਂ ਦੇ ਸਰਟੀਫਿਕੇਟ ਵਿਆਹ ਉਪਰੰਤ ਪਤੀ ਦੇ ਨਾਮ ਦੇ ਬਣੇ ਹਨ ਇਹਨਾਂ ਇਸਤਰੀ ਉਮੀਦਵਾਰਾਂ ਨੂੰ ਸਕੂਟਨੀ ਸਮੇਂ, ਕਾਉਂਸਲਿੰਗ ਸਮੇਂ ਜਾਂ ਜਾਂਚ ਪੜਤਾਲ ਸਮੇਂ ਉਹ ਸਰਟੀਫਿਕੇਟ ਜਿਸ ਵਿੱਚ ਪਿਤਾ ਦਾ ਨਾਮ ਦਰਜ ਹੈ ਜਾਂ ਪਿਤਾ ਦਾ ਨਾਮ ਅਨੁਸੂਚਿਤ ਜਾਤੀ ਜਾਂ ਪਛੜੀ ਸ਼੍ਰੇਣੀ ਦੇ ਸਰਟੀਫਿਕੇਟ ਸਬੂਤ ਵਜੋਂ ਪੇਸ਼ ਕਰਨਾ ਹੋਏਗਾ। ਮੰਨ ਲਓ ਕੋਈ ਕੁੜੀ ਵਿਆਹੀ ਗਈ
ਪਹਿਲਾਂ ਉਹਦੀ ਕੈਟਾਗਰੀ ਹੋਰ ਸੀ, ਫਿਰ ਚੇਂਜ ਹੋ ਗਈ, ਤਾਂ ਉਹਨੂੰ ਪਹਿਲਾਂ ਜੇ ਉਹਨੇ ਹੱਕ ਲੈਣਾ ਹੈ ਰਿਜ਼ਰਵ ਕੈਟਾਗਰੀ ਦਾ ਤਾਂ ਉਹਨੂੰ ਆਪਣੇ ਪਿਤਾ ਦੇ ਨਾਲ ਜਿਹੜਾ ਪਹਿਲਾ ਸਰਟੀਫਿਕੇਟ ਸੀ ਉਹ ਸਬੂਤ ਨਾਲ ਲੈ ਕੇ ਆਉਣਾ ਤੇ ਪੇਸ਼ ਕਰਨਾ ਪਏਗਾ। ਜੇਕਰ ਉਹ ਸਰਟੀਫਿਕੇਟ ਪੇਸ਼ ਨਹੀਂ ਕਰਦੀ ਤਾਂ ਉਸਦੀ ਪਾਤਰਤਾ ਜਾਂ ਉਮੀਦਵਾਰੀ ਅਨੁਸੂਚਿਤ ਜਾਤੀ ਜਾਂ ਪਛੜੀ ਸ਼੍ਰੇਣੀ ਦੇ ਉਮੀਦਵਾਰ ਦੇ ਕੇਸ ਦੇ ਵਜੋਂ ਨਹੀਂ ਵਿਚਾਰੀ ਜਾਏਗੀ। ਅਨੁਸੂਚਿਤ ਜਾਤੀ ਜਾਂ ਰਾਖਵਾਂਕਰਨ ਪੰਜਾਬ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਰਾਖਵਾਂਕਰਨ ਐਕਟ 2006 ਬਕਾਇਦਾ ਇਹਦੇ ਸਾਰਾ ਨੋਟੀਫਿਕੇਸ਼ਨ ਦਿੱਤੀ ਹੈ, ਇਹਦੇ ਅਨੁਸਾਰ ਹੀ ਹੋਵੇਗਾ। ਅੱਗੇ ਕੋਈ ਕੋਰਟ ਕੇਸ ਹੈ ਉਹਦਾ ਹਵਾਲਾ ਦਿੱਤਾ। ਪਛੜੀ ਸ਼੍ਰੇਣੀ ਦਾ ਸਰਟੀਫਿਕੇਟ ਉਦੋਂ ਤੱਕ ਵੈਲਿਡ ਮੰਨਿਆ ਜਾਏਗਾ ਜਦੋਂ ਤੱਕ ਪ੍ਰਾਰਥੀ ਭਾਵ ਅਪਲਾਈ ਕਰਨ ਵਾਲਾ ਕ੍ਰੀਮੀ ਲੇਅਰ ਦੇ ਦਾਇਰੇ ਵਿੱਚ ਨਹੀਂ ਆ ਜਾਂਦਾ। ਪਛੜੀ ਸ਼੍ਰੇਣੀ ਦਾ ਲਾਭ ਪ੍ਰਾਪਤ ਕਰਨ ਲਈ ਉਮੀਦਵਾਰ ਨੂੰ ਦਸਤਾਵੇਜ਼ਾਂ ਦੀ ਸਕੂਟਨੀ ਸਮੇਂ ਆਪਣੀ ਪ੍ਰਤੀ ਬੇਨਤੀ ਦੇ ਨਾਲ ਇੱਕ ਘੋਸ਼ਣਾ ਪੱਤਰ ਦੇਣਾ ਪਏਗਾ ਕਿ ਉਸਦੇ ਸਟੇਟਸ ਵਿੱਚ ਕੋਈ ਤਬਦੀਲੀ ਨਹੀਂ ਆਈ, ਜਿਸ ਤਰ੍ਹਾਂ ਦੀ ਉਹਦੀ ਆਰਥਿਕਤਾ ਪਹਿਲਾਂ ਸੀ ਉਸੇ ਤਰ੍ਹਾਂ ਦੀ ਹੁਣ ਇਹ ਕਿ ਉਹ ਕ੍ਰੀਮੀ ਲੇਅਰ ਦੇ ਦਾਇਰੇ ਵਿੱਚ ਨਹੀਂ ਆਉਂਦਾ। ਇਹ ਸਾਰਾ ਕੁਝ ਉਹਨੂੰ ਇੱਕ ਸਰਟੀਫਿਕੇਟ ਦੇ ਵਿੱਚ ਜਾਂ ਇੱਕ ਹਲਫੀਆ ਬਿਆਨ ਵਿੱਚ ਦੱਸਣਾ ਪਏਗਾ। ਅੱਗੇ ਸਾਬਕਾ ਸੈਨਿਕਾਂ ਵਾਸਤੇ ਰੂਲ ਨੇ ਜੀ। ਫਿਰ ਜਿਹੜੇ ਸੁਤੰਤਰਤਾ ਸੈਨਾਨੀ ਜਿਹੜੇ ਫਰੀਡਮ ਫਾਈਟਰ ਨੇ ਬੜੇ ਘੱਟ ਰਹਿ ਗਏ ਨੇ ਉਹਨਾਂ ਵਾਸਤੇ ਰੂਲ ਨੇ ਜੀ। ਉਸ ਤੋਂ ਬਾਅਦ ਖਿਡਾਰੀ ਕੋਟੇ ਅਧੀਨ ਰਾਖਵਾਂਕਰਨ ਲੈਣ ਵਾਲੇ ਉਮੀਦਵਾਰਾਂ ਨੂੰ ਸਕੂਟਨੀ ਸਮੇਂ ਸਰਟੀਫਿਕੇਟ ਪੇਸ਼ ਕਰਨਾ ਹੋਏਗਾ ਜਿਸ ਦੀ ਡਾਇਰੈਕਟਰ ਸਪੋਰਟਸ ਪੰਜਾਬ ਵੱਲੋਂ ਗ੍ਰੇਡੇਸ਼ਨ ਕੀਤੀ ਹੋਵੇ। ਸਪੋਰਟਸ ਕੈਟਾਗਰੀ ਵਿੱਚ ਸਿਰਫ ਸਪੋਰਟਸ ਮੈਰਿਟ ਨੂੰ ਹੀ ਆਧਾਰ ਮੰਨਿਆ ਜਾਏਗਾ ਜੋ ਡਾਇਰੈਕਟਰ ਸਪੋਰਟਸ ਪੰਜਾਬ ਵੱਲੋਂ ਆਪਣੇ ਨਿਯਮਾਂ ਅਨੁਸਾਰ ਤਿਆਰ ਕੀਤੀ ਗਈ ਹੈ। ਅੱਗੇ ਅਪਾਹਜ ਕੋਟੇ ਬਾਰੇ ਨਿਯਮ ਨੇ ਜੀ, ਧਿਆਨ ਨਾਲ ਪੜ੍ਹ ਲਓ ਤੁਸੀਂ। ਜੇ ਕੋਈ ਬੱਚਾ ਦਿਵਿਆਂਗ ਹੈ ਔਰ ਅਪਲਾਈ ਕਰਨਾ ਚਾਹੁੰਦਾ ਤੇ ਕਿੰਨੇ ਪਰਸੈਂਟ ਉਹਦੀ ਅੰਗਹੀਣਤਾ 40% ਇਤਨੇ ਲਿਖੀ ਹੋਈ ਹੈ, ਠੀਕ ਹੈ। ਕਿੰਨੀ ਅੰਸ਼ਿਕ ਹੁੰਦੀ ਹੈ, ਕਿੰਨੀ ਪੂਰੀ ਹੁੰਦੀ ਹੈ, ਕਿਹਦਾ ਸਰਟੀਫਿਕੇਟ ਲੱਗਣਾ ਤੁਹਾਡੇ ਸਾਹਮਣੇ ਇਹ ਸਕਰੀਨ ਦੇ ਉੱਤੇ ਹੈ, ਇਹਨੂੰ ਤੁਸੀਂ ਧਿਆਨ ਨਾਲ ਪੜ੍ਹ ਲਿਆ ਹੋਏਗਾ। ਅੱਗੇ ਚੱਲਦੇ ਹਾਂ। ਰਾਖਵਾਂਕਰਨ ਦੀ ਨੀਤੀ ਪੰਜਾਬ ਸਰਕਾਰ ਦੀਆਂ ਸਮੇਂ-ਸਮੇਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਲਾਗੂ ਹੋਏਗੀ। ਰਾਖਵਾਂਕਰਨ ਦਾ ਲਾਭ ਕੇਵਲ ਪੰਜਾਬ ਦੇ ਪੱਕੇ ਵਸਨੀਕਾਂ ਨੂੰ ਹੀ ਪ੍ਰਾਪਤ ਹੋਏਗਾ। ਉਮੀਦਵਾਰ 10ਵੀਂ ਪੱਧਰ ਤੇ ਪੰਜਾਬੀ ਪਾਸ ਹੋਣਾ ਬਹੁਤ ਜ਼ਰੂਰੀ ਹੈ। ਇਸ ਭਰਤੀ ਵਿੱਚ ਮਹਿਲਾ ਉਮੀਦਵਾਰਾਂ ਲਈ 33% ਆ ਬਹੁਤ ਇੰਪੋਰਟੈਂਟ ਹੈ ਜੀ, ਧਿਆਨ ਨਾਲ ਦੇਖੋ ਸਕਰੀਨ ਤੇ ਸਕਰੋਲ ਹੋ ਰਿਹਾ। ਭਰਤੀ ਦੇ ਵਿੱਚ ਮਹਿਲਾ ਉਮੀਦਵਾਰਾਂ ਲਈ 33% ਰਿਜ਼ਰਵੇਸ਼ਨ ਗਜ਼ਟ ਨੋਟੀਫਿਕੇਸ਼ਨ ਅਨੁਸਾਰ ਹੋਵੇਗੀ, ਠੀਕ ਹੈ ਜੀ। ਅੱਗੇ ਪੁਰਸ਼ ਅਤੇ ਇਸਤਰੀ ਉਮੀਦਵਾਰਾਂ ਦੀ ਸਾਂਝੀ ਮੈਰਿਟ ਬਣਾਈ ਜਾਏਗੀ। ਇਸ ਵਿਗਿਆਪਨ ਨੂੰ ਕਿਸੇ ਵੀ ਕਾਰਨ ਪੋਸਟਾਂ ਘਟਾਉਣ ਜਾਂ ਵਧਾਉਣ ਦਾ ਰੱਦ ਕਰਨ ਦਾ ਅਧਿਕਾਰ ਵਿਭਾਗ ਪਾਸ ਹੋਏਗਾ। ਜੋ ਇਹ ਐਡ ਆਈ ਹੈ ਇਹਦੇ ਵਿੱਚ ਪੋਸਟਾਂ ਘੱਟ ਕਰਨੀਆਂ ਵੱਧ ਕਰਨੀਆਂ ਸਾਰਾ ਹੱਕ ਇਸ ਭਰਤੀ ਸੈੱਲ ਕੋਲ ਹੋਏਗਾ। ਆਨਲਾਈਨ ਫਾਰਮ ਭਰਨ ਸਮੇਂ ਕਿਸੇ ਵੀ ਗਲਤੀ ਲਈ ਉਮੀਦਵਾਰ ਆਪ ਜ਼ਿੰਮੇਵਾਰ ਹੋਏਗਾ। ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਦੀ ਇਸ ਸੰਬੰਧੀ ਕੋਈ ਜ਼ਿੰਮੇਵਾਰੀ ਨਹੀਂ ਹੋਏਗੀ। ਸੋ ਫਾਰਮ ਬੜੀ ਧਿਆਨ ਨਾਲ ਭਰਿਆ ਜਾਵੇ, ਪਹਿਲਾਂ ਪੜ੍ਹਿਆ ਜਾਵੇ ਫਿਰ ਭਰਿਆ ਜਾਵੇ। ਆਨਲਾਈਨ ਅਪਲਾਈ ਕਰਨ ਸਮੇਂ ਉਮੀਦਵਾਰਾਂ ਨੂੰ ਸਾਈਬਰ ਕੈਫੇ ਤੇ ਅਟੈਂਡੈਂਟ ਦੀ ਮਦਦ ਲੈਣ ਸਮੇਂ ਆਪਣਾ ਫਾਰਮ ਆਪ ਭਰਨ ਦੀ ਸਲਾਹ ਦਿੱਤੀ ਜਾਂਦੀ ਹੈ। ਐਪਲੀਕੇਸ਼ਨ ਫਾਰਮ ਵਿੱਚ ਇੱਕ ਵਾਰ ਡਾਟਾ ਭਰਨ ਤੋਂ ਬਾਅਦ ਅਪਰੂਵ ਕਰਨ ਤੋਂ ਬਾਅਦ ਉਸ ਵਿੱਚ ਕੋਈ ਤਬਦੀਲੀ ਕਰਨ ਦੀ ਆਗਿਆ ਨਹੀਂ ਦਿੱਤੀ ਜਾਏਗੀ ਤੇ ਨਾ ਹੀ ਕੋਈ ਹੋਰ ਮੌਕਾ ਦਿੱਤਾ ਜਾਏਗਾ। ਇਸ ਸੰਬੰਧੀ ਕਿਸੇ ਵੀ ਪ੍ਰਕਾਰ ਦੀ ਪ੍ਰਤੀ ਬੇਨਤੀ ਦਫ਼ਤਰ ਵੱਲੋਂ ਸਵੀਕਾਰੀ ਨਹੀਂ ਜਾਏਗੀ। ਉਮੀਦਵਾਰ ਵੱਲੋਂ ਅਸਾਮੀ ਲਈ ਕੇਵਲ ਅਪਲਾਈ ਕਰਨ ਜਾਂ ਉਸ ਨੂੰ ਦਸਤਾਵੇਜ਼ ਲਈ ਸਕੂਟਰੀ ਤੇ ਬੁਲਾਏ ਜਾਣ ਨਾਲ ਹੀ ਕੋਈ ਨਿਯੁਕਤੀ ਦਾ ਅਧਿਕਾਰ ਨਹੀਂ ਹੋਏਗਾ। ਇਸ ਭਰਤੀ ਸੰਬੰਧੀ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਲਿਆ ਗਿਆ ਫੈਸਲਾ ਅੰਤਿਮ ਹੋਏਗਾ ਤੇ ਲਾਗੂ ਹੋਏਗਾ। ਉਮੀਦਵਾਰ ਵੱਲੋਂ ਆਪਣਾ ਮੋਬਾਈਲ ਨੰਬਰ, ਈਮੇਲ ਪਤਾ, ਆਪਣਾ ਬੈਂਕ ਖਾਤਾ ਨੰਬਰ, ਬੈਂਕ ਦਾ IFSC ਕੋਡ, ਬ੍ਰਾਂਚ ਦਾ ਨਾਮ ਆਦਿ ਆਨਲਾਈਨ ਅਪਲਾਈ ਕਰਨ ਸਮੇਂ ਫਾਰਮ ਵਿੱਚ ਭਰਿਆ ਜਾਵੇ। ਪੰਜਾਬ ਦੇ ਵਸਨੀਕ ਜਿਹੜੇ ਦਿਵਿਆਂਗ ਜਾਂ ਵਿਕਲਾਂਗ ਉਮੀਦਵਾਰਾਂ ਵੱਲੋਂ ਉਪਰੋਕਤ ਅਨੁਸਾਰ ਉਹੀ ਫੀਸ ਜਮ੍ਹਾਂ ਕਰਾਈ ਜਾਵੇਗੀ ਜਿਸ ਵਰਗ ਸ਼੍ਰੇਣੀ ਨਾਲ ਉਹ ਸੰਬੰਧ ਰੱਖਦੇ ਨੇ। ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਉਮੀਦਵਾਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਭਰਤੀ ਸੰਬੰਧੀ ਬਾਨਾ ਚੰਗੀ ਤਰ੍ਹਾਂ ਨਾਲ ਪੜ੍ਹਨ ਉਪਰੰਤ ਆਪ ਖੁਦ ਅਪਲਾਈ ਕਰੇ ਅਤੇ ਉਹਨਾਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਭਰਤੀ ਸੰਬੰਧੀ ਲੇਟੈਸਟ ਅਪਡੇਟਸ ਦੀ ਜਾਣਕਾਰੀ ਲਈ ਵਿਭਾਗ ਦੀ ਵੈਬਸਾਈਟ www.educationrecruitmentboard.com ਤੇ ਸਮੇਂ-ਸਮੇਂ ਚੈੱਕ ਕਰਦਾ ਰਹੇ। ਉਮੀਦਵਾਰਾਂ ਨੂੰ ਕਿਸੇ ਕਿਸਮ ਦੀ ਜਾਣਕਾਰੀ ਵਿਭਾਗ ਦੀ ਇਸ ਸਾਈਟ ਤੇ ਹੀ ਮੁਹੱਈਆ ਕਰਾਈ ਜਾਏਗੀ। ਕਿਸੇ ਕਿਸਮ ਦੀ ਕੋਈ ਜਾਣਕਾਰੀ, ਪਬਲਿਕ ਨੋਟਿਸ, ਹੋਰ ਜਾਣਕਾਰੀ ਅਖਬਾਰਾਂ ਵਿੱਚ ਪ੍ਰਕਾਸ਼ਿਤ ਨਹੀਂ ਕਰਵਾਈ ਜਾਏਗੀ। ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਆ ਨੋਟੀਫਿਕੇਸ਼ਨ ਨੰਬਰ ਹੈ। ਉਮੀਦਵਾਰ ਨਿਊ ਕੰਟਰੀਬਿਊਟਰੀ ਪੈਨਸ਼ਨ ਸਕੀਮ ਇਹਨਾਂ ਤੇ ਲਾਗੂ ਹੋਏਗੀ। ਕੇਵਲ ਉਹੀ ਸਰਕਾਰੀ ਕਰਮਚਾਰੀ ਨਿਯੁਕਤੀ ਲਈ ਯੋਗ ਹੋਣਗੇ ਜਿਨ੍ਹਾਂ ਸੰਬੰਧੀ ਵਿਭਾਗ ਦੇ ਮੁਖੀ ਦੁਆਰਾ ਇਹ ਤਸਦੀਕ ਕੀਤਾ ਜਾਏਗਾ ਕਿ ਉਹਨਾਂ ਵਿਰੁੱਧ ਕੋਈ ਅਨੁਸ਼ਾਸਨੀ ਕਾਰਵਾਈ ਵਿਚਾਰ ਅਧੀਨ ਨਹੀਂ ਹੈ। ਬਾਕੀ ਉਹਨਾਂ ਵਾਸਤੇ ਜਿਹੜੇ ਪਹਿਲਾਂ ਸਰਵਿਸ 'ਚ ਆਏ ਹੋਏ ਆ। ਜ਼ਰੂਰੀ ਨੋਟ, ਉਮੀਦਵਾਰਾਂ ਦੀ ਵਿਦਿਅਕ ਪ੍ਰੋਫੈਸ਼ਨਲ ਯੋਗਤਾ ਅਪਲਾਈ ਕਰਨ ਦੀ ਆਖਰੀ ਮਿਤੀ ਦੇ ਜਾਂ ਪਹਿਲਾਂ ਦੇ ਬਣੇ ਹੋਣ ਜਿਹੜੇ ਤੁਹਾਡੇ ਸਰਟੀਫਿਕੇਟ ਨੇ, ਜਿੰਨੇ ਵੀ ਜੋ ਕੁਝ ਵੀ ਹੈ ਉਮੀਦਵਾਰਾਂ ਦੀ ਵਿਦਿਅਕ ਪ੍ਰੋਫੈਸ਼ਨਲ ਯੋਗਤਾਵਾਂ ਅਪਲਾਈ ਕਰਨ ਦੀ ਆਖਰੀ ਮਿਤੀ ਦੇ ਜਾਂ ਇਸ ਤੋਂ ਪਹਿਲਾਂ ਦੇ ਬਣੇ ਹੋਣ। ਰਿਜ਼ਰਵੇਸ਼ਨ ਦਾ ਲਾਭ ਲੈਣ ਲਈ ਵੱਖ-ਵੱਖ ਕੈਟਾਗਰੀਆਂ ਦੇ ਸਰਟੀਫਿਕੇਟ ਜਿਵੇਂ SC ST ਅੰਗਹੀਣ ਅਤੇ ਹੋਰ ਲੋੜੀਂਦੇ ਸਰਟੀਫਿਕੇਟ ਆਦਿ ਸਕੂਟਨੀ ਸਮੇਂ ਹੀ
ਜਮ੍ਹਾਂ ਚੈੱਕ ਕਰਾਉਣ ਉਪਰੰਤ ਮੰਨਣਯੋਗ ਹੋਣਗੇ। ਇਸ ਤੋਂ ਬਾਅਦ ਕਿਸੇ ਵੀ ਉਮੀਦਵਾਰ ਦੀ ਪ੍ਰਤੀ ਬੇਨਤੀ ਤੇ ਵਿਚਾਰ ਨਹੀਂ ਕੀਤਾ ਜਾਏਗਾ। ਮਤਲਬ ਸਾਡਾ ਕੋਈ ਸਰਟੀਫਿਕੇਟ ਨਹੀਂ ਬਣਿਆ ਸੀ ਕਿ ਜੀ ਹੁਣ ਆਹ ਰੱਖ ਲਓ ਫਿਰ ਅਸੀਂ ਦੂਜਾ ਦੇ ਦਿਆਂਗੇ, ਇੱਦਾਂ ਕੁਛ ਨਹੀਂ ਹੋਣਾ। ਔਨਲਾਈਨ ਅਪਲਾਈ ਕਰਨ ਦੀ ਵਿਧੀ ਕੀ ਹੈ ਜੀ? ਔਨਲਾਈਨ ਪ੍ਰੋਸੈਸ ਵਿਲ ਸਟਾਰਟ ਫਰੋਮ 1/12/20 1 ਦਸੰਬਰ 2020 ਨੂੰ ਇਹ ਜਿਹੜਾ ਤੁਹਾਡਾ ऑनलाइन प्रोसैस शुरू होना। अजे हुणे नहीं, ये साइट 1/12/2020 ਨੂੰ ਖੁੱਲਣੀ ਆ। साइट ਕਿਹੜੀ ਆ? www.educationrecruitmentboard.com। ਉਮੀਦਵਾਰ ਵੱਲੋਂ ਪਹਿਲਾਂ ਉਪਰੋਕਤ ਦਰਸਾਈ ਵੈਬਸਾਈਟ ਉੱਤੇ ਰਜਿਸਟ੍ਰੇਸ਼ਨ ਕਰਵਾਈ ਜਾਏਗੀ। ਰਜਿਸਟ੍ਰੇਸ਼ਨ ਕਰਾਉਣ ਲਈ ਇਸ ਵੈਬਸਾਈਟ ਉੱਤੇ ਦਿੱਤੇ ਲਿੰਕ ਨਿਊ ਰਜਿਸਟ੍ਰੇਸ਼ਨ ਤੇ ਕਲਿੱਕ ਕੀਤਾ ਜਾਏਗਾ ਤੇ ਮੰਗੀ ਗਈ ਜਾਣਕਾਰੀ ਭਰੀ ਜਾਵੇਗੀ। ਇੱਕ ਵਾਰ ਰਜਿਸਟ੍ਰੇਸ਼ਨ ਕਰਨ ਉਪਰੰਤ ਰਜਿਸਟ੍ਰੇਸ਼ਨ ਵਾਲੀ ਕੋਈ ਵੀ ਜਾਣਕਾਰੀ ਦੁਬਾਰਾ ਅਪਡੇਟ ਜਾਂ ਐਡਿਟ ਨਹੀਂ ਕੀਤੀ ਜਾਵੇਗੀ। ਰਜਿਸਟ੍ਰੇਸ਼ਨ ਉਪਰੰਤ ਉਮੀਦਵਾਰ ਵੱਲੋਂ ਆਪਣੇ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦੀ ਮਦਦ ਨਾਲ ਆਪਣੇ ਅਕਾਊਂਟ ਲੌਗਇਨ ਵਿੱਚ ਕੀਤਾ ਜਾਵੇਗਾ। ਉਮੀਦਵਾਰ ਵੱਲੋਂ ਐਪਲੀਕੇਸ਼ਨ ਫੀਸ ਨਾਮ ਤੇ ਲਿੰਕ ਉੱਤੇ ਕਲਿੱਕ ਕਰਕੇ ਫੀਸ ਆਨਲਾਈਨ ਭਰੀ ਜਾ ਸਕਦੀ ਹੈ। ਫੀਸ ਦੀ ਕਨਫਰਮੇਸ਼ਨ ਹੋਣ ਉਪਰੰਤ ਆਪਣੇ ਐਪਲੀਕੇਸ਼ਨ ਫਾਰਮ ਦਾ ਪ੍ਰਿੰਟ ਆਊਟ ਜ਼ਰੂਰ ਲਿਆ ਜਾਵੇ ਅਤੇ ਇਸ ਨੂੰ ਸੰਭਾਲ ਕੇ ਰੱਖਿਆ ਜਾਵੇ। ਇੱਥੇ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਐਪਲੀਕੇਸ਼ਨ ਫਾਰਮ ਜਾਂ ਕੋਈ ਹੋਰ ਦਸਤਾਵੇਜ਼ ਡਾਕ ਰਾਹੀਂ ਦਫ਼ਤਰ ਨੂੰ ਭੇਜਣ ਦੀ ਜ਼ਰੂਰਤ ਨਹੀਂ। ਕੋਈ ਵੀ ਦਸਤਾਵੇਜ਼ ਮੰਗੇ ਜਾਣ ਉਪਰੰਤ ਹੀ ਭੇਜਿਆ ਜਾਵੇ, ਬਿਨਾਂ ਮਤਲਬ ਕੋਈ ਵੀ ਦਸਤਾਵੇਜ਼ ਨਾ ਭੇਜਿਆ ਜਾਵੇ। ਉਮੀਦਵਾਰ ਇੱਕ ਸਵੈ ਤਸਦੀਕੀ ਮਤਲਬ ਸੈਲਫ ਅਟੈਸਟਡ ਫੋਟੋ ਅਤੇ ਸਕੈਨ ਕੀਤੇ ਹਸਤਾਖਰ ਦਸਤਖਤ ਆਨਲਾਈਨ ਅਪਲਾਈ ਕਰਨ ਸਮੇਂ ਅਪਲੋਡ ਕਰੇਗਾ। ਕੀ ਕਰਨਾ ਹੈ ਜੀ? ਇੱਕ ਤੁਹਾਡੀ ਖੁਦ ਅਟੈਸਟ ਕੀਤੀ ਫੋਟੋ ਅਤੇ ਇੱਕ ਸਕੈਨ ਕੀਤੇ ਹਸਤਾਖਰ ਆਨਲਾਈਨ ਅਪਲਾਈ ਕਰਨ ਸਮੇਂ ਤੁਸੀਂ ਅਪਲੋਡ ਕਰੋਗੇ। ਜ਼ਰੂਰੀ ਤਰੀਕਾ ਉਮੀਦਵਾਰ ਆਨਲਾਈਨ ਫੀਸ ਭਰਨ ਦੀ ਆਖਰੀ ਮਿਤੀ 21/12/2020 ਸ਼ਾਮ 5 ਵਜੇ ਤੱਕ ਹੋਵੇਗੀ। ਇਹਦਾ ਐਂਡ ਹੈ ਜੀ ਅੱਗੇ ਸਹਾਇਕ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ। ਸੋ ਇਹ ਸੀ ਪੂਰੇ ਦਾ ਪੂਰਾ ਨੋਟੀਫਿਕੇਸ਼ਨ ਜੀ। ਦੋਸਤੋ मेरी ये गुजारिश है कि बेरोज़गारां तक इस ऐड ਨੂੰ पहुँचदा करो। बहुत वड्डी भर्ती है, 8393 की भर्ती है। एक रिटन टैसट जिहड़ा है वो लिया जाएगा। उस रिटन टैसट के बेस पर मैरिट बनेगी। बाकी रूल रेगूलेशन तुहानूं दस दिते गए ने। हाँ, एक गल जरूर, ਜਿਹੜੀਆਂ ਵਿਦਿਅਕ ਯੋਗਤਾਵਾਂ ਅੱਜ ਦੱਸੀਆਂ ਗਈਆਂ ਨੇ, ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਕਿਸੇ ਕੋਰਟ ਨੋਟਿਸ ਦੇ ਥਰੂ ਜਾਂ ਗਵਰਨਮੈਂਟ ਵੱਲੋਂ ਕੋਈ ਉਹਦੇ 'ਚ ਸੋਧ ਕੀਤੀ ਜਾ ਸਕਦੀ ਹੈ। ਹੋਰ ਕੌਣ ਇਹ 'ਚ ਸ਼ਾਮਲ ਹੋ ਸਕਦਾ, ਕੀ ਰੂਲ ਰੈਗੂਲੇਸ਼ਨ ਚੇਂਜ ਹੋ ਸਕਦੇ ਆ। ਸੋ ਉਹਦੇ ਬਾਰੇ ਲਗਾਤਾਰ LTD TV ਨਾਲ ਜੁੜੇ ਰਹੋ। ਤੁਹਾਨੂੰ ਲੇਟੈਸਟ ਜੌਬ ਅਪਡੇਟਸ ਇਸੇ ਚੈਨਲ ਤੇ ਲਗਾਤਾਰ ਮਿਲਦੇ ਰਹਿਣਗੇ। ਬਹੁਤ ਸ਼ੁਕਰੀਆ। ਤੁਸੀਂ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ। ਮਿਹਰਬਾਨੀ।